संतां के कारज आप खलोया, संतां के कारज हर कम करावण आया राम। सगल सरंजाम करे प्रभ आपे, ਸਰਦਾ ਤੋਂ ਹੀ ਪ੍ਰੇਮ ਦੀ ਕੋਮਲ ਕਰੂੰਬਲ ਫੁੱਟਦੀ ਹੈ। ਪ੍ਰੇਮ ਹੀ ਸੁੱਖ ਦਿੰਦਾ ਹੈ। ਸੇਵਾ ਤਾਂ ਛਾਲ ਹੈ ਜੋ ਸਰਦਾ ਤੇ ਪ੍ਰੇਮ ਨੂੰ ਪੱਕਿਆਂ ਕਰਦੀ ਹੈ, ਨਾ ਕਿ ਪ੍ਰੇਮ ਤੇ ਸਰਦਾ ਤੋੜਨ ਲਈ ਹੈ। ਇਹੀ ਫਲ ਸਾਧ ਸੰਗਤ ਕੀਤਿਆਂ ਬ੍ਰਿਸ਼ ਨੂੰ ਦੇਵੀ, ਸੰਸਾਰੀ ਨੂੰ ਵਿਵੇਕ ਤੇ ਗਿਆਨ ਦੇ ਅਨੇਕ ਗੁਣ ਲੱਗਦੇ ਹਨ ਤੇ ਘਣ ਛਾਵਾਂ ਬਣਾਉਂਦੇ ਹਨ। ਸਾਧ ਸੰਗਤ ਮਹਾਂਪੁਰਖਾਂ ਦੀ ਸੰਗਤ ਕਰਕੇ ਇਹੀ ਪਦਵੀ ਸੰਤ ਬਹਾਦਰ ਦਾਸ ਜੀ ਜੱਸੀ ਪਾਉਣ ਵਾਲੇ ਪਾ ਚੁੱਕੇ ਹਨ। ਇਹਨਾਂ ਦੀ ਜੀਵਨੀ ਪਾਠਕ ਪਿਛਲੇ ਹਿੱਸੇ ਵਿੱਚ ਪੜ੍ਹ ਚੁੱਕੇ ਹਨ। ਸੰਤ ਬਹਾਦਰ ਦਾਸ ਜੀ ਨੇ 10 ਸਾਲ ਸਵੈ ਸਵਾਰਥ, ਸਵੈ ਇੱਛਾ, ਸਵੈ ਮਨ ਦੀ ਪੂਰਤੀ ਤੋਂ ਨਿਰਮਲ ਹੋ ਕੇ ਸੇਵਾ ਕੀਤੀ। ਸਰੀਰ ਅਤੇ ਦੁਨੀਆ ਤੋਂ ਬੇਖਬਰ ਹੋ ਕੇ, ਜਿਵੇਂ ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ। ਨਿੱਜੀ ਸਵਾਰਥ ਤਿਆਗ ਕੇ ਸੱਚ ਪ੍ਰਾਪਤੀ ਲਈ ਨਿਸ਼ਕਾਮ ਸੇਵਾ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸੰਤ ਬਹਾਦਰ ਦਾਸ ਜੀ ਹਜ਼ੂਰ ਦਾ ਹੁਕਮ ਮੰਨ ਕੇ ਆਪਾ ਵਿਚਰਨ ਲਈ ਗਹਿਰੀ ਬੁਰਜ ਵਾਲੀ ਰਹਿਣ ਲੱਗ ਪਏ ਸਨ। ਇਸ ਜਗ੍ਹਾ ਬੁਰਜ ਵਰਗੀ ਇਮਾਰਤ ਹੁਣ ਵੀ ਮੌਜੂਦ ਹੈ। 5-7 ਦਿਨ ਦੇ ਬਾਅਦ ਆਪ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਬਾਬਾ ਜੀ ਨੇ ਬਹਾਦਰ ਦਾਸ ਜੀ ਨੂੰ ਹੁਕਮ ਦਿੱਤਾ, ਬਹਾਦਰ ਦਾਸ, ਲੋਕਾਂ ਦੇ ਘਰ ਸਹਿਜ ਪਾਠ ਦੇ ਅਖੰਡ ਪਾਠ ਕਰ ਦਿਆ ਕਰੋ। ਆਪਣੇ ਨਾਲ ਚੰਗੇ ਪਾਠੀ ਰੱਖ ਲਵੋ ਜੋ ਕਿ ਨੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਠ ਕਰਿਆ ਕਰਨ। ਜਦੋਂ ਕੋਈ ਸੇਵਕ ਸ਼ਰਧਾ ਭਾਵਨਾ ਨਾਲ ਖੁਸ਼ੀ ਦਾ, ਗਮੀ ਦਾ ਪਾਠ ਕਰਵਾਵੇ ਜਾਂ ਕੋਈ ਘਰੇਲੂ ਵਿਘਨ ਨਜ਼ਰ ਆਉਂਦੇ ਹੋਣ, ਉੱਥੇ ਜ਼ਰੂਰ ਪ੍ਰਕਾਸ਼ ਕਰਨ ਲਈ ਪਹੁੰਚਣਾ। ਹਜ਼ੂਰ ਨੇ ਪਾਠ ਦੀ ਵਿਧੀ ਤੇ ਮਰਿਆਦਾ ਸਮਝਾਈ, ਜੋ ਵਿਧੀ ਅੱਜ ਤੱਕ ਡੇਰਾ ਰੂਮੀ ਵਾਲਾ ਵਿਖੇ ਪ੍ਰਚਲਿਤ ਹੈ। ਬਾਬਾ ਜੀ ਜਿਤਨੀ ਦੇਰ ਸਰੀਰ ਕਰਕੇ ਰਹੇ, ਸੰਤ ਬਹਾਦਰ ਦਾਸ ਨੇ ਦਰਸ਼ਨ ਕਰਨ ਆਉਂਦੇ ਰਹਿਣਾ ਅਤੇ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਾ। ਸੰਤ ਬਹਾਦਰ ਦਾਸ ਜੀ ਨੇ ਪੈਦਲ ਆਉਣਾ। ਜੱਸੀ ਪਿੰਡ ਦੇ ਬਾਹਰ ਸੰਘਣੇ ਦਰਖਤ ਸਨ, ਉਹਨਾਂ ਦੀ ਸੰਘਣੀ ਛਾਵੇਂ ਆਰਾਮ ਕਰਨ ਲਈ ਬੈਠ ਜਾਂਦੇ। ਜੱਸੀ ਸਿੰਘ ਦੇ ਪ੍ਰੇਮੀਆਂ ਨੇ ਆਪ ਜੀ ਨੂੰ ਇੱਥੇ ਹੀ ਡੇਰਾ ਬਣਾਉਣ ਲਈ ਬੇਨਤੀ ਕੀਤੀ। ਕਈ ਵਾਰ ਆਪ ਨੇ ਟਾਲ ਮਟੋਲ ਕਰ ਦਿੱਤੀ, ਪਰ ਸੰਗਤ ਦੇ ਵਾਰ-ਵਾਰ ਬੇਨਤੀ ਕਰਨ 'ਤੇ ਆਪ ਨੇ ਹੁਕਮ ਦਿੱਤਾ, ਪ੍ਰੇਮੀ ਜਨੋਂ ਡੇਰੇ ਬਣਾ ਕੇ ਜੇਕਰ ਡੇਰੇ ਦੀ ਮਰਿਆਦਾ ਨਾ ਚਲਾਈ ਜਾਵੇ, ਉਹਨਾਂ ਚਿਰ ਡੇਰੇ ਵਿੱਚ ਬੈਠਣਾ ਸ਼ੋਭਾ ਨਹੀਂ ਦਿੰਦਾ। ਸੰਗਤ ਨੇ ਮਰਿਆਦਾ ਸਮਝਾਉਣ ਲਈ ਬੇਨਤੀ ਕੀਤੀ। ਆਪ ਜੀ ਨੇ ਫਰਮਾਇਆ, ਆਉਣ ਜਾਣ ਵਾਲੇ ਅਤਿਥੀ ਲਈ ਅੰਨ ਦੁਆਰਾ ਭੋਜਨ ਤਿਆਰ ਕਰਨਾ, ਪਿਆਸੇ ਲਈ ਪਾਣੀ, ਰਾਹੀ ਲਈ ਆਰਾਮ ਲਈ ਜਗ੍ਹਾ ਨਾ ਮਿਲੇ ਤਾਂ ਉੱਥੇ ਡੇਰੇ ਦਾ ਕੋਈ ਅਰਥ ਨਹੀਂ। ਅਸੀਂ ਤਾਂ ਸਾਧੂ ਬਿਰਤੀ ਵਾਲੇ ਅਤੀਤ ਹਾਂ, ਜਿੱਥੇ ਮਨ ਕੀਤਾ ਬੈਠ ਗਏ ਤੇ ਚਲੇ ਗਏ। ਫਿਰ ਸਾਡੇ ਕੋਲ ਕੋਈ ਇਹੋ ਜਿਹਾ ਸੇਵਕ ਨਹੀਂ ਜੋ ਨੇਮ ਨਾਲ ਇਹ ਸੇਵਾ ਨਿਭਾ ਸਕੇ, ਜਿਵੇਂ ਕਿ ਪਿੰਡਾਂ ਤੋਂ ਪ੍ਰਸ਼ਾਦਾ ਲਿਆਉਣਾ, ਆਏ ਪਾਂਧੀ ਨੂੰ ਛਕਾਉਣਾ, ਪਾਣੀ ਪਿਲਾਉਣਾ ਆਦਿ। ਫੂਸ ਮੰਡੀ ਨਗਰ ਦੇ 2 ਪ੍ਰੇਮੀ ਹੀਰਾ ਸਿੰਘ ਤੇ ਤਖਤ ਸਿੰਘ ਨੇ ਇਹ ਸੇਵਾ ਮੰਗੀ। ਸੰਤਾਂ ਨੇ ਬਚਨ ਕੀਤਾ ਕਿ ਇਹ ਤੁਹਾਡੀ ਕਿਰਿਆ ਸਾਡੇ ਮਿਸ਼ਨ ਦੇ ਉਲਟ ਹੈ। ਦੋਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਸੇਵਾ ਬਖਸ਼ੋ। ਅਸੀਂ ਅੱਜ ਤੋਂ ਪ੍ਰਣ ਕਰਦੇ ਹਾਂ ਕਿ ਸ਼ਿਕਾਰ ਨਹੀਂ ਕਰਾਂਗੇ। ਸੋ ਇਹਨਾਂ ਨੇ
ਇਹ ਸੇਵਾ ਜ਼ਿੰਦਗੀ ਭਰ ਨਿਭਾਈ। ਇਹਨਾਂ ਦੀ ਔਲਾਦ ਨੂੰ ਗਾਜੀਆਂ ਦੀ ਅੱਲ ਪੈਂਦੀ ਹੈ। ਸੰਤ ਬਹਾਦਰ ਦਾਸ ਜੀ ਨੇ ਇਹ ਡੇਰਾ ਆਬਾਦ ਕੀਤਾ ਜੋ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ ਸੜਕ ਉੱਪਰ ਮੌਜੂਦ ਹੈ। ਸੰਤਾਂ ਨੇ ਇਸ ਜਗ੍ਹਾ ਗਰਮੀਆਂ ਵਿੱਚ ਪੌਂ ਲਵਾ ਕੇ ਇੱਕ ਪ੍ਰੇਮੀ ਉੱਥੇ ਹਰ ਵੇਲੇ ਪਾਣੀ ਪਿਲਾਉਣ ਲਈ ਹਾਜ਼ਰ ਰਹਿੰਦਾ ਸੀ। ਕਈ ਵਾਰ ਪਾਂਧੀਆਂ ਲਈ ਭੁੰਨੇ ਹੋਏ ਛੋਲੇ ਅਤੇ ਗੁੜ ਵੀ ਦਿੰਦੇ ਸਨ। ਇਸ ਕਰਕੇ ਇਸ ਨਗਰ ਦਾ ਨਾਮ ਜੱਸੀ ਪੌਂ ਵਾਲੀ ਪੈ ਗਿਆ। ਜਿਉਂ ਹੀ ਬਾਬਾ ਜੀ ਦੀ ਕਿਰਪਾ ਦੁਆਰਾ ਸੰਤ ਬਹਾਦਰ ਦਾਸ ਜੀ ਪ੍ਰਤੀ ਲੋਕਾਂ ਦਾ ਸਤਿਕਾਰ ਬਣਦਾ ਗਿਆ, ਸੰਗਤ ਜੁੜਨ ਲੱਗ ਪਈ, ਮੰਡਲੀ ਫੜਨ ਲੱਗ ਪਏ। ਸਿੱਖ ਧਰਮ ਦੇ ਮਹਾਨ ਵਿਦਵਾਨ ਜਿਨ੍ਹਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਮੰਨਿਆ ਜਾਂਦਾ ਹੈ, ਭਾਈ ਗੁਰਦਾਸ ਜੀ ਗੁਰਮਤਿ ਕਸੌਟੀ ਤੋਂ ਅਧੂਰੇ ਜੀਵ ਨੂੰ ਮੰਦਭਾਗੀ ਕਹਿੰਦੇ ਹਨ, ਕਿਉਂਕਿ ਜੇ ਪ੍ਰਭੂ ਦੀ ਬੰਦਗੀ ਕਰਨ ਵਾਲਾ ਜੀਵ ਹਿਰਦੇ ਵਿੱਚ ਪ੍ਰਭੂ ਦੀ ਰਜ਼ਾ ਨਹੀਂ ਵਸਾਉਂਦਾ ਤਾਂ ਉਹ ਹਉਮੈ ਵਸ ਹੈ, ਕਿਉਂਕਿ ਉਸ ਦੀ ਮੱਤ ਬੁੱਧ ਭਰਮ ਵਿੱਚ ਭੁੱਲੀ ਹੈ। ਜਿਵੇਂ ਚੰਦਨ ਕੇ ਨਿਕਟ ਬਸੇ ਬਾਸ ਸੁਗੰਧ ਨ ਹੋਏ। ਜੋ ਜੀਵ ਸਤ ਸੰਗਤ ਵਿੱਚ ਵੀ ਰਹੇ ਜਾਂ ਘਰ ਗ੍ਰਸਤੀ ਤਿਆਗ ਕੇ ਵਣਾਂ ਵਿੱਚ ਨਿਵਾਸ ਕਰਕੇ ਵੀ ਹਉਮੈ ਨਾ ਛੱਡੇ, ਅਜਿਹਾ ਜੀਵ ਆਤਮਿਕ ਸ਼ਾਂਤੀ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ, ਸਦਾ ਭਟਕਦਾ ਰਹਿੰਦਾ ਹੈ ਅਤੇ ਈਰਖਾ ਦੀ ਭਾਵਨਾ ਸਦਕਾ, ਹਉਮੈ ਦੀ ਗੁਲਾਮੀ ਸਦਕਾ ਆਪੇ ਤੋਂ ਬੇਵੱਸ ਹੋ ਖਿੱਚਦਾ ਨਜ਼ਰ ਆਉਂਦਾ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਹਿਰਦੇ ਨ ਵਸੇ ਅਭਾਗ ਪ੍ਰਾਣੀ, ਹਉਮੈ ਅੰਦਰ ਭਰਮ ਭੁਲਾਣੀ। ਅਜਿਹਾ ਜੀਵ ਭਾਵੇਂ ਧਾਰਮਿਕ ਤੌਰ 'ਤੇ, ਨਿੱਜੀ ਤੌਰ 'ਤੇ ਕਿੰਨੀ ਵੀ ਪ੍ਰਸਿੱਧੀ ਲੈ ਲਵੇ, ਸੰਗਤ ਵਿੱਚ ਸੋਭਾ ਹਾਸਲ ਕਰ ਲਵੇ, ਪਰ ਆਤਮਿਕ ਜੀਵਨ ਤੋਂ ਸਖਣਾ ਹੋਣ ਕਰਕੇ ਸਦਾ ਹੀ ਈਰਖਾ ਦੀ ਜਵਾਲਾ ਅੰਦਰ ਸੜਦਾ ਰਹਿੰਦਾ ਹੈ। ਇਸੇ ਹੀ ਤਰ੍ਹਾਂ ਸੰਤ ਬਹਾਦਰ ਦਾਸ ਜੀ ਦੀ ਸੰਸਾਰਿਕ ਪ੍ਰਸਿੱਧੀ ਦੇਖ ਕੇ ਉਹਨਾਂ ਦੇ ਨੇੜੇ ਰਹਿੰਦੇ ਇੱਕ ਉਦਾਸੀਨ ਸਾਧੂ ਸ੍ਰੀ ਮੌਜ ਦਰਿਆ, ਜੋ ਚੰਗੀ ਕਮਾਈ ਵਾਲੇ ਸਨ, ਇਸ ਪਾਸੋਂ ਇਹ ਬਰਦਾਸ਼ਤ ਨਾ ਹੋਈ। ਈਰਖਾ ਦੀ ਅੱਗ ਵਿੱਚ ਕੁੱਦਣ ਲਈ ਮਨ ਬੇਕਾਬੂ ਹੋ ਗਿਆ। ਹਉਮੈ ਦੇ ਪ੍ਰਭਾਵ ਹੇਠ ਇਹ ਮਨੁੱਖ ਦੁੱਖ ਦੀ ਨਿਵਰਤੀ ਤੇ ਸੁੱਖ ਦੀ ਲਾਲਸਾ ਵਿੱਚ ਬੱਝਾ ਰਹਿੰਦਾ ਹੈ, ਈਰਖਾ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ ਅਤੇ ਫਿਰ ਇਹ ਕਰਮ ਆਨੰਦ ਅਤੇ ਸੁੱਖ ਦੀ ਥਾਂ ਭਟਕਣਾ ਵਿੱਚ ਪਾਈ ਰੱਖਦਾ ਹੈ। ਆਪਣੇ ਗਿਆਨ ਦੁਆਰਾ ਗੁਪਤ ਢੰਗਾਂ ਨਾਲ ਮੌਜ ਦਰਿਆ, ਜਿਨ੍ਹਾਂ ਨੂੰ ਕਾਲੇ ਮੂੰਹ ਵਾਲਾ ਵੀ ਕਹਿੰਦੇ ਹਨ, ਨੇ ਸੰਤ ਬਹਾਦਰ ਦਾਸ ਜੀ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਸ਼ਕਤੀ ਲਾ ਦਿੱਤੀ, ਪਰ ਉਸ ਦੀਆਂ ਸਾਰੀਆਂ ਚਾਲਾਂ ਵਿਅਰਥ ਹੋ ਗਈਆਂ। ਜਦੋਂ ਮੌਜ ਦਰਿਆ ਦੀ ਕੋਈ ਪੇਸ਼ ਨਾ ਗਈ ਤਾਂ ਉਸਨੇ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਸਹਾਇਤਾ ਮਿਲਦੀ ਹੈ। ਉਸਨੇ ਆਪਣਾ ਹਉਮੈ ਰੂਪੀ ਜ਼ਹਿਰ ਬਾਬਾ ਜੀ ਵੱਲ ਉਗਲਣ ਦਾ ਯਤਨ ਕੀਤਾ। ਇਸ ਦਾ ਜ਼ਿਕਰ ਅੱਗੇ ਆਵੇਗਾ। ਇਸ ਤਰ੍ਹਾਂ ਬਹਾਦਰ ਦਾਸ ਜੀ ਦੀ ਰੱਖਿਆ ਬਾਬਾ ਜੀ ਨੇ ਆਪ ਕੀਤੀ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੇ। ਕਿਵੇਂ ਨਿਰੰਕਾਰ ਪਿਆਰਿਆਂ ਦੀ ਪੱਤ ਰੱਖਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆਂ, ਨਾਗੀ ਲੱਗੇ ਜਾਏ, ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਹੁਕਮੇ ਪਾਇਆ ਧੁਰ ਖਸਮ, ਕਾ ਅਤੀ ਹੂੰ ਧੱਕਾ ਖਾਏ। ਗੁਰਮੁਖ ਸਿਉ ਮਨਮੁਖ ਅੜੇ, ਡੂਬੇ ਹੱਕ ਨਿਆਏ। ਦੂਹਾਂ ਸਿਰਿਆਂ ਆਪੇ ਖਸਮ ਵੇਖੇ,
ਕਰ ਵਿਉ ਪਾਏ, ਨਾਨਕ ਇਵੇਂ ਜਾਣੀਏ ਸਭ ਕੁਛ ਤਿਸੇ ਰਜਾਏ। ਸੰਸਾਰ ਦਾ ਹਰ ਜੀਵ ਸੁੱਖ ਆਨੰਦ ਦੀ ਭਾਲ ਵਿੱਚ ਲੱਗਾ ਹੋਇਆ ਹੈ। ਗੁਰੂ ਅਰਜਨ ਦੇਵ ਜੀ ਨੇ ਸਰਬ ਸੰਸਾਰ ਲਈ ਮਹਾਨ ਪਰਉਪਕਾਰ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕਰ ਦਿੱਤਾ। ਸਰਬ ਸੰਸਾਰ ਦੀ ਆਤਮਿਕ ਸ਼ਾਂਤੀ ਲਈ, ਆਤਮਿਕ ਆਨੰਦ ਸੁੱਖ ਦੀ ਪ੍ਰਾਪਤੀ ਦਾ ਸੋਮਾ ਬਖਸ਼ ਦਿੱਤਾ। ਇਹ ਹੋਕਾ ਦਿੱਤਾ, ਥਾਲ ਵਿੱਚ ਤਿੰਨ ਵਸਤੂ ਪਾਈਓ, ਸਤ ਸੰਤੋਖ ਵਿਚਾਰੋ। ਇਹ ਗੱਲ ਵੀ ਦ੍ਰਿੜ ਕਰਵਾ ਦਿੱਤੀ ਕਿ ਇਹ ਵਸਤੂ ਤਜੀ ਨਹੀਂ ਜਾਈ, ਨਿਤ ਨਿਤ ਰੱਖ ਰਿਤਾਰੋ। ਆਤਮ ਸੁੱਖ ਆਨੰਦ ਲਈ ਜ਼ਰੂਰੀ ਹੈ ਕਿ ਗੁਰਮੁਖ ਦੀ ਕਸੌਟੀ 'ਤੇ ਆਪਣੇ ਆਤਮਿਕ ਵਿਕਾਸ ਨੂੰ ਨਿਤ ਪਰਖੋ। ਆਨੰਦ ਸੁੱਖ ਦੀ ਪ੍ਰਾਪਤੀ ਦਾ ਰਾਜ ਗੁਰੂ ਸ਼ਬਦ ਦੀ ਓਟ ਹੈ। ਵਿਕਾਸ ਦੇ ਰਾਹ ਵਿੱਚ ਰੋੜਾ ਹਉਮੈ ਰੂਪੀ ਸ਼ੈ ਹੈ। ਇਸ ਦੀ ਤੁਲਨਾ ਬਿਖ ਭਾਵ ਜ਼ਹਿਰ ਨਾਲ ਕੀਤੀ ਹੈ। ਜ਼ਹਿਰ ਦੇ ਸੇਵਨ ਨਾਲ ਆਦਮੀ ਮਰ ਜਾਂਦਾ ਹੈ, ਇਨਸਾਨੀ ਵਜੂਦ ਖਤਮ ਹੋ ਜਾਂਦਾ ਹੈ। ਇਸੇ ਹੀ ਤਰ੍ਹਾਂ ਆਤਮੀ ਵਿਕਾਸ ਹਉਮੈ ਰੂਪੀ ਜ਼ਹਿਰ ਸਦਕਾ ਰੁਕ ਜਾਂਦਾ ਹੈ, ਜਿਸ ਕਰਕੇ ਜੀਵ ਆਨੰਦ ਤੇ ਖੁਸ਼ੀ ਵਾਲਾ ਜੀਵਨ ਸਦਾ ਵਾਸਤੇ ਖੋ ਬੈਠਦਾ ਹੈ, ਖਤਮ ਕਰ ਲੈਂਦਾ ਹੈ। ਹੁਣ ਮੌਜ ਦਰਿਆ ਨੇ ਸੰਤ ਬਹਾਦਰ ਦਾਸ ਜੀ ਵੱਲੋਂ ਆਪਣਾ ਰੁਖ ਬਦਲ ਕੇ ਬਾਬਾ ਜੀ ਵੱਲ ਕਰ ਲਿਆ। ਜਿਸ ਤਰ੍ਹਾਂ ਕੋਈ ਚਸ਼ਮੇ ਤੋਂ ਅੰਮ੍ਰਿਤ ਵਰਤਾਉਣ ਵਾਲੇ ਨੂੰ ਛੱਡ ਕੇ ਅੰਮ੍ਰਿਤ ਦੇ ਚਸ਼ਮੇ ਨੂੰ ਹੀ ਸੁਕਾਉਣ ਦਾ ਇਰਾਦਾ ਰੱਖਦਾ ਹੋਵੇ, ਇਸ ਤਰ੍ਹਾਂ ਮੌਜ ਦਰਿਆ ਆਪਣੇ ਦਿਮਾਗ ਦੇ ਸੌੜੇਪਨ, ਛੋਟੇਪਨ, ਸੀਮਿਤਪਨ ਦਾ ਸਬੂਤ ਪੇਸ਼ ਕਰਦੇ ਹੋਏ ਬਾਬਾ ਜੀ ਵੱਲ ਹੋ ਤੁਰੇ। ਆਪਣੇ ਇੱਕ ਸੇਵਕ ਨੂੰ ਮੌਜ ਦਰਿਆ ਨੇ ਬੁਲਾਇਆ ਅਤੇ ਉਸ ਨੂੰ ਸਮਝਾਇਆ ਕਿ ਰਸਤੇ ਵਿੱਚ ਕਿਸੇ ਨਾਲ ਬੋਲਣਾ ਨਹੀਂ, ਪੁੱਛੋ ਜਾਣਾ ਹੈ। ਉੱਥੇ ਸੰਤਾਂ ਦੇ ਸਾਹਮਣੇ ਖੜੋ ਕੇ ਇਹ ਬਚਨ ਕਰਨਾ, ਕਾਲੇ ਮੂੰਹ ਵਾਲੇ ਦੀ 7 ਵਾਰੀ ਰਾਮ ਰਾਮ, 7 ਵਾਰੀ ਅੱਲਾ ਅੱਲਾ, 7 ਵਾਰੀ ਖੁਦਾਏ ਖੁਦਾਏ। ਸੇਵਕ ਬਚਨ ਮੰਨ ਕੇ ਭੁੱਚੋ ਨੂੰ ਤੁਰ ਪਿਆ, ਆਗਿਆ ਪਾਲਕ ਹੋ ਤੁਰ ਪਿਆ। ਇੱਧਰ ਅੰਤਰਜਾਮੀ ਅੱਖਾਂ 'ਤੇ ਪੱਟੀ ਰੱਖ ਕੇ ਵੀ ਆਦਮੀ ਦੀ ਅੰਤਰਿਮ ਸੋਚ ਦੀ ਪ੍ਰਤੀਕਿਰਿਆ ਸਮਝਦੇ ਸਨ। ਆਪ ਨੇ ਭਵਿੱਖਤ ਕਲਾਤਮਿਕ ਨੂੰ ਪਛਾਣਦੇ ਹੋਏ ਸੇਵਕ ਨੂੰ ਬੁਲਾਇਆ। ਸੇਵਕ ਪੰਡਤ, ਜੋ ਕਿ ਜਿਸਮਾਨੀ ਤੌਰ 'ਤੇ ਕਾਫੀ ਤਾਕਤਵਰ ਸੀ, ਉਸ ਨੂੰ ਬੁਲਾਵਾ ਭੇਜਿਆ। ਪੰਡਤ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਸੇਵਾ ਪੁੱਛਣ ਲੱਗਾ। ਬਾਬਾ ਜੀ ਨੇ ਬਚਨ ਕੀਤਾ, ਪੰਡਤ ਜੀ, ਇੱਕ ਬਹੁਤ ਵੱਡੀ ਸ਼ਕਤੀ, ਪਹਾੜ ਵਰਗੀ ਤਾਕਤ ਲੈ ਕੇ ਕੋਈ ਆ ਰਿਹਾ ਹੈ। ਉਸ ਨੂੰ ਸਾਡੇ ਸਾਹਮਣੇ ਨਹੀਂ ਆਉਣ ਦੇਣਾ। ਜਿਸ ਵਕਤ ਉਹ ਉੱਪਰ ਆਉਣ ਲੱਗੇ, ਇੱਕ ਹੱਥ ਜਮਨਾ ਰੂੜੀ ਰੱਖਣਾ ਤੇ ਦੂਜੇ ਹੱਥ ਨਾਲ ਧੌਣ ਤੋਂ ਪਕੜ ਕੇ ਥੱਲੇ ਨੂੰ ਧੱਕਾ ਦੇ ਦੇਣਾ। ਜਮਨਾ ਰੂੜੀ ਟਿੱਲਾ ਸਾਹਿਬ ਦੇ ਉੱਪਰ ਪਹਾੜ ਵਾਲੇ ਪਾਸੇ ਇੱਕ ਮਿੱਟੀ ਦਾ ਥੜਾ ਜੋ ਅੱਜ ਵੀ ਮੌਜੂਦ ਹੈ, ਇਸ ਨੂੰ ਬਾਬਾ ਜੀ ਨੇ ਹੁਕਮ ਦੇ ਕੇ ਤਿਆਰ ਕਰਵਾਇਆ ਸੀ। ਇਸ ਦਾ ਨਾਮ ਜਮਨਾ ਰੂੜੀ ਰੱਖਿਆ। ਉਸ ਨੂੰ ਓਨੀ ਦੇਰ ਨਹੀਂ ਛੱਡਣਾ ਜਿੰਨੀ ਦੇਰ ਉਹ ਬੋਲ ਨਾ ਪਵੇ। ਉਸ ਨੂੰ ਪੂਰੀ ਤਾਕਤ ਲਾ ਕੇ ਕਾਬੂ ਕਰਨਾ ਹੈ ਅਤੇ ਬੁਲਾਉਣ ਦੀ ਕੋਸ਼ਿਸ਼ ਕਰਨੀ ਹੈ। ਬਾਬਾ ਜੀ ਇਹ ਬਚਨ ਕਰਕੇ ਆਪਣੇ ਆਸਣ ਵਾਲੀ ਮੰਜੀ ਦੇ ਪਿੱਛੇ ਓਲੇ ਵਿੱਚ ਹੋ ਗਏ। ਥੋੜ੍ਹੀ ਦੇਰ ਬਾਅਦ ਮੌਜ ਦਰਿਆ ਦਾ ਸੇਵਕ ਆ ਗਿਆ। ਟਿੱਲੇ ਦੇ ਉੱਪਰ ਵੱਲ ਸਿੱਧਾ ਹੀ ਹੋ ਤੁਰਿਆ। ਪੰਡਤ ਦੇ ਨੇੜੇ ਹੋਇਆ ਤਾਂ ਉਸਨੇ ਗਲੇ ਤੋਂ ਫੜ ਲਿਆ। ਉਹ ਅੱਗੇ ਵਧਣ ਦੀ ਕੋਸ਼ਿਸ਼ ਕਰੇ, ਪਰ ਪੰਡਤ ਅੱਗੇ ਨਾ ਜਾਣ ਦੇਵੇ। ਇਸੇ ਕਸ਼ਮਕਸ਼ ਵਿੱਚ ਦੋਨੋਂ ਇੱਕ ਦੂਜੇ ਨੂੰ ਚੰਬੜ ਗਏ। ਹੇਠਾਂ ਉੱਪਰ ਹੁੰਦੇ ਹੋਏ ਟਿੱਲੇ ਤੋਂ ਥੱਲੇ ਆ ਗਏ। ਬਾਬਾ ਜੀ ਜਦੋਂ ਨਜ਼ਰ ਨਾ ਆਏ ਤਾਂ ਉਸ ਨੇ ਦੂਰ ਤੋਂ ਹੀ ਕਾਲੇ ਮੂੰਹ ਵਾਲੇ ਦੇ ਸਮਝਾਏ ਲਫ਼ਜ਼ ਬੋਲ ਦਿੱਤੇ
ਕਿ ਕਾਲੇ ਮੂੰਹ ਵਾਲੇ ਦੀ 7 ਵਾਰੀ ਰਾਮ ਰਾਮ, 7 ਵਾਰੀ ਅੱਲਾ ਅੱਲਾ, 7 ਵਾਰੀ ਖੁਦਾਏ ਖੁਦਾਏ। ਉੱਤਰ ਵਿੱਚ ਬਾਬਾ ਜੀ ਨੇ ਸ਼ਬਦ ਪੜ੍ਹਿਆ, ਨਿੰਦਕ ਗੁਰ ਕਿਰਪਾ ਤੇ ਹਾਟਿਓ, ਪਾਰ ਬ੍ਰਹਮ ਪ੍ਰਭ ਭਏ ਦਿਆਲਾ, ਸਿਵ ਕੇ ਬਾਣ ਸਿਰ ਕਾਟਿਓ ਰਹਾਓ, ਕਾਲ ਜਾਲ ਜਮ ਜੋ ਨ ਸਾਕੇ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਸ ਨਿਖਟਤ ਨਾਹੀ, ਰਾਮ ਰਤਨ ਧਨ ਖਾਟਿਓ, ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ, ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੇ ਲੋਕ ਸਬਾਇਆ। ਆਖਰ ਵਿੱਚ ਵਚਨ ਕੀਤਾ, ਜਾ ਕੇ ਉਸ ਨੂੰ ਆਖ ਕਿ ਆਪਣੇ ਆਪ ਨੂੰ ਸੰਭਾਲ ਲੈ, ਸਾਡਾ ਕੁਛ ਨਹੀਂ ਵਿਗੜਿਆ। ਇਹ ਬਚਨ ਸੁਣ ਕੇ ਮੌਜ ਦਰਿਆ ਦਾ ਸੇਵਕ ਚਲਾ ਗਿਆ। ਬਾਬਾ ਜੀ ਨੇ ਇੱਕ ਸੇਵਕ ਬਹਾਲ ਦਾਸ ਜੀ ਵੱਲ ਭੇਜਿਆ ਅਤੇ ਉਸ ਨੂੰ ਆਦੇਸ਼ ਦਿੱਤਾ ਕਿ ਬਹਾਲ ਦਾਸ ਕਾਲੇ ਮੂੰਹ ਵਾਲੇ ਕੋਲ ਨਾ ਜਾਵੇ। ਪੈਂਡਾ ਕਾਫੀ ਸੀ, ਪਰ ਇੰਨੀ ਦੇਰ ਨੂੰ ਬਹਾਲ ਦਾਸ ਜੀ ਨੂੰ ਕਾਲੇ ਮੂੰਹ ਵਾਲੇ ਦਾ ਸੇਵਕ ਪਹਿਲਾਂ ਹੀ ਆ ਕੇ ਲੈ ਗਿਆ ਸੀ। ਬਹਾਲ ਦਾਸ ਜੀ ਨੇ ਉਸ ਦੀ ਬੇਹੋਸ਼ੀ ਦੀ ਹਾਲਤ ਦੇਖ ਕੇ ਰੱਖਿਆ ਦਾ ਸ਼ਬਦ ਪੜ੍ਹਿਆ। ਰੱਖਿਆ ਤਾਂ ਹੀ ਹੋ ਸਕਦੀ ਸੀ ਜੇ ਕੋਈ ਚੋਟ ਸੱਟ ਜਾਂ ਬਿਮਾਰੀ ਨਾਲ ਬੇਹੋਸ਼ੀ ਹੁੰਦੀ। ਉਸ ਨੂੰ ਤਾਂ ਦਰਗਾਹ ਦੇ ਫਿਟਕਾਰ ਦੀ ਸੱਟ ਸੀ। ਉਹ ਤਾਂ ਹੰਕਾਰ ਦੀ ਅੱਗ ਵਿੱਚ ਸੜ ਰਿਹਾ ਸੀ। ਉਹ ਤਾਂ ਈਰਖਾ ਦੀ ਜਵਾਲਾ ਵਿੱਚ ਭਟਕਦਾ ਸੀ। ਸ਼ਬਦ ਪੜ੍ਹਿਆ ਹੀ ਸੀ ਕਿ ਸੰਤ ਬਹਾਲ ਦਾਸ ਬੇਹੋਸ਼ ਹੋ ਗਏ। ਇਹ ਸਾਰੀ ਹਕੀਕਤ ਦੇਖ ਬਹਾਲ ਦਾਸ ਜੀ ਦਾ ਸੇਵਕ ਬਾਬਾ ਜੀ ਦੇ ਅਸਥਾਨ 'ਤੇ ਪਹੁੰਚ ਗਿਆ। ਬਾਬਾ ਜੀ ਅੱਗੇ ਸਾਰੀ ਹਕੀਕਤ ਪੇਸ਼ ਕੀਤੀ। ਪਹਿਲਾਂ ਬਾਬਾ ਜੀ ਗੁੱਸੇ ਵਿੱਚ ਬੋਲੇ, ਉਹ ਉੱਥੇ ਕਿਉਂ ਗਿਆ ਸੀ? ਉਸ ਨੂੰ ਸਾਰੀ ਮਰਿਆਦਾ ਸਮਝਾਈ ਹੋਈ ਹੈ, ਉਸਨੇ ਵਿਚਾਰ ਕਰਕੇ ਤੁਰਨਾ ਸੀ। ਸੇਵਕ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਭੁੱਲਣਹਾਰ ਹਾਂ, ਆਪ ਬਖਸ਼ਿੰਦ ਹੋ, ਅਨਾੜੀ ਬੱਚੇ ਸਮਝ ਕੇ ਦਿਆਲਤਾ ਦੀ ਖੈਰ ਪਾਓ। ਪਾਣੀ ਲੱਕੜ ਨੂੰ ਡੋਬਦਾ ਨਹੀਂ, ਕਿਉਂਕਿ ਉਸਨੇ ਲੱਕੜ ਦੀ ਪਾਲਣਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਪਾਣੀ ਕਾਠ ਨਾ ਡੋਬਈ, ਪਾਲੇ ਦੀ ਲੱਜੇ। ਕੀੜੀ ਹਾਥੀ ਨੂੰ ਖਾਣਾ ਚਾਹੇ ਤਾਂ ਹਾਥੀ ਕੀੜੀ ਦੇ ਪੇਟ ਵਿੱਚ ਕਿਵੇਂ ਜਾ ਸਕਦਾ ਹੈ? ਛੋਟਾ ਕੀੜਾ ਭੂਣ ਦੀ ਸ਼ਕਲ ਵਰਗਾ ਬੇਅੰਤ ਵਜ਼ਨ ਕਿਵੇਂ ਚੁੱਕ ਸਕਦਾ ਹੈ? ਬੇਸ਼ੱਕ ਮੱਛਰ ਵਿੱਚ ਜ਼ਹਿਰ ਹੈ, ਪਰ ਉਸਦੇ ਡੰਗਿਆਂ ਕਦੇ ਬਾਸਕ ਨਾਗ ਵੀ ਦਮ ਤੋੜ ਸਕਦਾ ਹੈ। ਪੰਛੀ ਪਖੇਰੂ ਆਕਾਸ਼ ਵਿੱਚ ਉੱਡਦੇ ਹਨ, ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਸੰਦਲ ਦਾ ਰੁੱਖ ਉੱਪਰ ਨੂੰ ਵੱਧਦਾ ਹੈ, ਪਰ ਆਕਾਸ਼ ਨੂੰ ਛੂਹ ਨਹੀਂ ਸਕਦਾ। ਚੂਹਾ ਤੈਰਦਾ ਹੈ, ਪਰ ਤੈਰ ਕੇ ਸਮੁੰਦਰ ਤਾਂ ਪਾਰ ਨਹੀਂ ਕਰ ਸਕਦਾ। ਦਰਿਆ ਦਾ ਪਾਣੀ ਆਪਣੇ ਨਾਲ ਬਹੁਤ ਬਨਸਪਤੀ ਜੀਵ ਜੰਤੂ ਰੋੜ ਕੇ ਲੈ ਜਾਂਦਾ ਹੈ। ਬਾਰਿਸ਼ ਦੇ ਦਿਨਾਂ ਵਿੱਚ ਭਿਆਨਕ ਰੂਪ ਧਾਰ ਕੇ ਧਰਤੀ ਦੀ ਹਿੱਕ 'ਤੇ ਕੁਰਲਾਹਟ ਪਾਉਂਦਾ ਜਾਂਦਾ ਹੈ, ਪਰ ਸਮੁੰਦਰ ਵਿੱਚ ਡਿੱਗਦੇ ਹੀ ਆਪਣਾ ਵਜੂਦ ਖਤਮ ਕਰ ਲੈਂਦਾ ਹੈ। ਸੋ ਇਸ ਤਰ੍ਹਾਂ ਮੌਜ ਦਰਿਆ ਨੇ ਆਪਣੇ ਸੌੜੇਪਨ ਦੇ ਪ੍ਰਭਾਵ ਹੇਠ ਦਬ ਕੇ ਆਪਣੀ ਹਸਤੀ ਵੀ ਗਵਾ ਲਈ। ਇਵੇਂ ਹੀ ਹਉਮੈ ਵਸ ਇਨਸਾਨ ਆਤਮਿਕ ਆਨੰਦ ਤੇ ਸੁੱਖ ਵਿਹੂਣਾ ਕੋਰਾ ਹੀ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਨਿਰਾਸ਼ਤਾ ਦੀ ਝੋਲੀ ਭਰ ਸੰਸਾਰ ਤੋਂ ਚਲਾ ਜਾਂਦਾ ਹੈ। ਆਪਣੇ ਪਿਆਰ ਦੇ ਪ੍ਰੇਮ ਅਤੇ ਹੁਕਮ ਵਿੱਚ ਅਭੇਦ ਹੋਇਆ ਅਗਮ ਅਗਾਧ ਵਾਹਿਗੁਰੂ ਨੂੰ ਜਪ ਕੇ ਪਰਮੇਸ਼ਰ ਨਾਲ ਇਹ ਰੂਪ ਹੋਏ ਆਪਣੀ ਹਸਤੀ ਮਿਟਾ ਕੇ ਸਮੁੰਦਰ ਵਿੱਚ ਬੂੰਦ ਦੀ ਤਰ੍ਹਾਂ ਸਮਾਏ ਹੋਏ ਹਨ, ਉਹੀ ਸੱਚ ਪ੍ਰਾਪਤੀ ਕਰ ਸਕਦੇ ਹਨ। ਉਹਨਾਂ ਦੀ ਬਰਾਬਰੀ ਨਹੀਂ ਹੋ ਸਕਦੀ। ਆਪ ਗਵਾਈਏ ਤਾਂ ਸੋ ਪਾਈਏ। ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਹੁਕਮ ਦਿੱਤਾ ਤੇ ਹੌਲਾ ਦੇ ਪ੍ਰਸ਼ਾਦ ਦੇ 7 ਕੜਾਹੇ ਬਣਾ ਕੇ ਸਾਰੀ ਆਉਣ ਜਾਣ ਵਾਲੀ ਸੰਗਤ ਰਾਹੀ ਪਾਂਦੀ ਨੂੰ ਛਕਾਓ।
ਸਭ ਠੀਕ ਹੋ ਜਾਏਗਾ। ਸਾਰੇ ਰਸਤਿਆਂ ਵਿੱਚ ਆਦਮੀ ਖੜੇ ਕਰ ਦਿੱਤੇ ਤਾਂ ਕਿ ਕੋਈ ਸ਼ਕੇ ਬਿਨਾਂ ਨਾ ਜਾਵੇ। ਸਤ ਬਚਨ ਸਾਧੂ ਉਪਦੇਸ਼ ਨੂੰ ਅਥਾਹ ਮੰਨ ਕੇ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਗਿਆ। ਸੰਤ ਬਹਾਲ ਦਾਸ ਜੀ ਹੋਸ਼ ਵਿੱਚ ਆ ਗਏ। ਸਰ ਸੰਦੇ ਅਗਾਧ ਕੋ ਕਿਉਂ ਪਹੁੰਚੇ ਬਾਣ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਅੰਦਰ ਦੱਸਿਆ ਹੈ, ਚੀਟੀ ਕੇ ਉਦਰ ਬਿਖੇ ਹਸਤੀ ਸਮਾਏ ਕੈਸੇ। ਅਤੁਲ ਪਹਾਰ ਭਾਰ ਭ੍ਰਿੰਗੀ ਨਾ ਉਠਾਵਈ। ਮੱਛਰ ਕੇ ਡੰਗ ਨ ਮਰਤ ਹੈ ਬਾਸਕ ਨਾਗ। ਮਕਰੀ ਨਾ ਚੀਤੇ ਜੀਤੇ ਸਰ ਨਾ ਪੁਜਾਵਈ। ਤੁਮਚਰ ਉਚਿਤ ਨ ਪਹੁੰਚੇ ਆਕਾਸ਼ ਬਾਸ। ਮੂਸਾ ਤੋ ਨ ਪੈਰਤ ਸਮੁੰਦਰ ਪਾਰ ਪਾਵਈ। ਤੈਸੇ ਪ੍ਰਿਆ ਪ੍ਰੇਮ ਨੇਮ ਅਗਮ ਅਗਾਧ ਬੋਧ। ਗੁਰਮੁਖ ਸਾਗਰ ਜਿਉ ਬੂੰਦ ਹੋਏ ਸਮਾਵਈ। ਇਸ ਤਰ੍ਹਾਂ ਹਉਮੈ ਜੀਵ ਨੂੰ ਇਸ ਗੇੜ ਵਿੱਚ ਲਿਆ ਖੜਾ ਕਰਦੀ ਹੈ ਤੇ ਜੀਵਨ ਤੋਂ ਵੀ ਵੰਚਿਤ ਕਰ ਦਿੰਦੀ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।